Hello students, we are doing the prose named A Talk on Advertising, and in the last two videos we discussed that the author Herman Walk is against the business of advertising, and in the last video he has mentioned us the various evils of advertising, and the one we discussed only the one evil, and that was Herman Walk wrote that the advertising men are using the language for making their profits. They are misusing the language, and in this video we'll read the other evils of advertising. Herman Walk writes, God made a great green wonderland when he spread out the span of the United States. We know that Herman Walk belongs to America. He was an American writer. So here he talks about the United States specially. He says that God made a great green wonderland. It has God has created this natural beauty in the United States when he spread out the span of United States. Span of the United States here means the area of United States. Where is the square mile inhabited by men wherein advertising has not drowned out the land's meek hymn with the blare of the billboards. He says that everywhere there is a land inhabited by the people. Inhabited by मतलब कि जिथे लोग बसते ਆ. Where is the square mile inhabited by men? ਕਹਿੰਦੇ ਤੁਸੀਂ ਮੈਨੂੰ ਇਸ ਤਰ੍ਹਾਂ ਦਾ ਇੱਕ ਥੋੜਾ ਜਿਹਾ ਵੀ ਲੈਂਡ ਦੱਸ ਸਕਦੇ ਆ, ਸਕੁਅਰ ਮਾਈਲ ਏਰੀਆ ਵੀ ਮੈਨੂੰ ਦੱਸ ਸਕਦੇ ਆ ਕਿ ਜਿੱਥੇ ਲੋਕ ਰਹਿੰਦੇ ਆ, ਵੇਅਰ ਇਨ ਜਿੱਥੇ ਉੱਥੇ advertising has not drowned out the means the block out the sound, ਕਿਸੇ ਆਵਾਜ਼ ਨੂੰ ਬਿਲਕੁਲ ਦਬਾ ਦੇਣਾ. drowned out the lands meek means the very weak, sweet ਅਸੀਂ ਇੱਥੇ ਕਹਿ ਸਕਦੇ ਹਾਂ, very gentle. Hymn is the music ਨੂੰ ਅਸੀਂ ਇੱਥੇ ਕਹਿ ਸਕਦੇ ਹਾਂ, gentle music. What is the gentle music of the nature? ਚਿੜੀਆਂ ਚਿਰਪਿੰਗ ਕਰਦੀਆਂ, ਉਹਨਾਂ ਦਾ ਚਹਿਕਣਾ ਹੁੰਦਾ ਆ, ਔਰ ਛੋਟੇ ਛੋਟੇ ਇਨਸੈਕਟਸ ਹੁੰਦੇ ਆ, ਉਹਨਾਂ ਦੀਆਂ ਆਪਣੀਆਂ ਆਵਾਜ਼ਾਂ ਹੁੰਦੀਆਂ ਆ. ਸੋ ਦੀਜ਼ ਆਰ ਦਾ ਜੈਂਟਲ ਹਾਈਮਸ, ਦੀਜ਼ ਆਰ ਦਾ ਮੀਕ ਹਾਈਮਸ. ਦਿਸ ਇਜ਼ ਦਾ ਜੈਂਟਲ ਮਿਊਜ਼ਿਕ ਦ ਪੋਇਟ ਇਜ਼ ਟਾਕਿੰਗ ਅਬਾਊਟ. With the blare means the harsh sound. Blare, this word means the harsh sound. Billboards, what are the billboards? These are the large outdoor displaying ਐਡਵਰਟੀਜ਼ਮੈਂਟਸ. ਜਿੱਦਾਂ ਆਪ ਤੁਸੀਂ ਦੇਖਦੇ ਹੁੰਦੇ ਆ, ਤੁਸੀਂ ਕਿਤੇ ਵੀ ਸਿਟੀਜ਼ ਦੇ ਵਿੱਚ ਜਾਓ ਜਾਂ ਬਾਹਰ ਵੀ ਆਪਾਂ ਦੇਖਦੇ ਹਾਂ ਕਈ ਵਾਰ, ਦੇਰ ਇਜ਼ ਅ ਬਿਗ ਬੋਰਡਸ, ਬਿਗ ਬਾਜ਼ਾਰ ਓਪਨਿੰਗ, ਸੇਲ, ਕਮ ਬਾਏ, and say flat 50% off on this. ਸੋ ਇਹ ਜਿਹੜੇ ਬੋਰਡਸ ਲੱਗੇ ਹੁੰਦੇ ਆ ਉਹਨਾਂ ਨੂੰ ਅਸੀਂ ਬਿਲ ਬੋਰਡਸ ਕਹਿੰਦੇ ਆ. ਅਤੇ ਉਹ ਕਹਿ ਰਿਹਾ, ਹਰਮਨ ਵਾਕ ਇਜ਼ ਰਾਈਟਿੰਗ ਦੈਟ ਇਸ ਤਰ੍ਹਾਂ ਦੀ ਕੋਈ ਯੂਨਾਈਟਿਡ ਸਟੇਟਸ ਇਜ਼ ਅ ਬਿਊਟੀਫੁਲ ਪਲੇਸ, ਬਟ ਇੱਦਾਂ ਦੀ ਹੁਣ ਕੋਈ ਵੀ ਜਗ੍ਹਾ ਨਹੀਂ ਬਚੀ ਹੈ ਜਿੱਥੇ ਹਿਊਮਨ ਬੀਇੰਗਸ ਰਹਿੰਦੇ ਆ. ਉੱਥੇ ਕੀ ਹੋ ਰਿਹਾ ਆ, ਉੱਥੇ ਜੋ ਲੈਂਡਸ ਆ, ਉੱਥੇ ਦੀ ਜਗ੍ਹਾ ਦਾ ਜੋ ਜੈਂਟਲ ਮਿਊਜ਼ਿਕ ਹੈ ਉਹਨੂੰ ਕੌਣ ਖਰਾਬ ਕਰ ਰਿਹਾ? ਦੈਟਸ ਮੇਡ ਉਹਨੂੰ ਕੌਣ ਖਰਾਬ ਕਰ ਰਿਹਾ? ਹਾਰਸ਼ ਸਾਊਂਡ ਆਫ ਦਾ ਬਿਲਬੋਰਡਸ, ਜਿਨ੍ਹਾਂ ਦੇ ਉੱਤੇ ਐਡਵਰਟੀਜ਼ਮੈਂਟਸ ਡਿਸਪਲੇ ਕਰ ਰਹੀ ਹੈ. ਹੁਣ ਬੱਚੇ ਅਸੀਂ ਕਿਤੇ ਵੀ ਜਾਂਦੇ ਹਾਂ, ਸਪੋਜ਼ ਸਾਡੀ ਜੋ ਨੇਚਰ ਨੂੰ ਦੇਖਣਾ ਹੁੰਦਾ ਆ, ਜੋ ਆਸ-ਪਾਸ ਅਸੀਂ ਜਦੋਂ ਵੀ ਜਾਂਦੇ ਹਾਂ, ਵੈਨ ਵੀ ਟਰੈਵਲ ਵੀ ਟਰਾਈ ਟੂ ਲੁੱਕ ਆਊਟਸਾਈਡ ਦਾ ਵਿੰਡੋ. ਨਵੀਂ ਜਗ੍ਹਾ 'ਤੇ ਜਦੋਂ ਵੀ ਜਾਂਦੇ ਹਾਂ, ਵਾਈ ਵੀ ਲੁੱਕ ਆਊਟਸਾਈਡ ਦਾ ਵਿੰਡੋ? ਕਿਉਂਕਿ ਅਸੀਂ ਦੇਖਣਾ ਚਾਹੁੰਦੇ ਹੁੰਦੇ ਹਾਂ ਕਿ ਇਸ ਜਗ੍ਹਾ 'ਤੇ ਸਪੈਸ਼ਲ ਕੀ ਹੈ, ਕੀ ਆਏਗਾ ਰਸਤੇ ਦੇ ਵਿੱਚ. ਬਟ ਵਾਟ ਵੀ ਫਾਈਂਡ, ਅਸੀਂ ਕੀ ਦੇਖਦੇ ਹਾਂ ਕਿ ਸਾਨੂੰ ਨੇਚਰ ਤਾਂ ਦੇਖਣੇ ਨੂੰ ਮਿਲਦੀ ਨਹੀਂ ਹੈ. ਨੇਚਰ ਨੂੰ ਕਿਹਨੇ ਕਵਰ ਕਰ ਲਿਆ ਆ? ਨੇਚਰ ਨੂੰ ਕਿਹਨੇ ਕਵਰ ਕਰ ਲਿਆ? ਐਡਵਰਟੀਜ਼ਮੈਂਟਸ ਨੇ. ਐਡਵਰਟੀਜ਼ਮੈਂਟਸ ਦੇ ਵੱਡੇ ਵੱਡੇ ਬੋਰਡ, ਡਿਸਪਲੇਇੰਗ ਬੋਰਡ ਲੱਗ ਚੁੱਕੇ ਆ. ਐਡਵਰਟੀਜ਼ਮੈਂਟਸ ਨੇ ਸਾਨੂੰ ਨੇਚਰ ਤੋਂ ਵੀ ਦੂਰ ਕਰ ਰਹੀ ਹੈ. ਦਿਸ ਇਜ਼ ਦਾ ਅਨਦਰ ਈਵਲ ਆਫ ਦਾ ਐਡਵਰਟੀਜ਼ਮੈਂਟ. ਇਹ ਨੇਚਰ ਨੂੰ ਵੀ ਖਰਾਬ ਕਰ ਰਹੀ ਹੈ ਐਡਵਰਟੀਜ਼ਮੈਂਟਸ. Why, what right do you have turn nature into a painted hag crying, come by?
ਕਹਿੰਦੇ ਕਿ ਕਿਸਨੇ ਹੱਕ ਦਿੱਤਾ ਹੋਇਆ ਤੁਹਾਨੂੰ ਕਿ ਤੁਸੀਂ ਨੇਚਰ ਨੂੰ ਵੀ ਆਪਣੇ ਫਾਇਦੇ ਦੇ ਲਈ ਯੂਜ਼ ਕਰ ਰਹੇ ਹੋ। ਤੁਸੀਂ ਪੇਂਟਡ ਹੈਗ ਦਾ ਕੀ ਮੀਨਿੰਗ ਹੁੰਦਾ ਆ? ਇਟ ਇਜ਼ ਦ ਓਲਡ ਈਵਲ ਲੇਡੀ ਨੂੰ ਅਸੀਂ ਹੈਗ ਕਹਿੰਦੇ ਹਾਂ। ਜਿਸ ਤਰ੍ਹਾਂ ਓਲਡ ਈਵਲ ਲੇਡੀ ਹੈ ਜਿਹੜੀ ਉਹ ਆਪਾਂ ਸਟੋਰੀਜ਼ ਦੇ ਵਿੱਚ ਸੁਣਦੇ ਹੁੰਦੇ ਆ ਨਾ ਕਿ ਉਹ ਬੱਚਿਆਂ ਨੂੰ ਖਾ ਜਾਂਦੀ ਹੈ, ਬੱਚਿਆਂ ਨੂੰ ਨਿਗਲ ਲੈਂਦੀ ਹੈ। ਇਸ ਤਰ੍ਹਾਂ ਦੀ ਸਟੋਰੀਜ਼ ਅਸੀਂ ਸੁਣਦੇ ਹੁੰਦੇ ਸੀ ਨਾ ਬਚਪਨ ਦੇ ਵਿੱਚ। ਦੈਟਸ ਵਾਟ ਦਾ ਪੋਇਟ ਇਜ਼ ਰੈਫਰਿੰਗ, ਕਿ ਉਹ ਤੁਸੀਂ ਨੇਚਰ ਨੂੰ ਇਸ ਤਰ੍ਹਾਂ ਖਾ ਰਹੇ ਹੋ ਐਂਡ ਯੂ ਆਰ ਹਰ ਜਗ੍ਹਾ 'ਤੇ ਤੁਸੀਂ ਨੇਚਰ ਨੂੰ ਯੂਜ਼ ਕਰਕੇ ਯੂ ਆਰ ਟਰਾਈੰਗ ਟੂ ਮੇਕ ਦਾ ਪ੍ਰੋਫਿਟ। ਸੇਲ 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 ਕਮ ਬਾਏ, ਇਸ ਤਰ੍ਹਾਂ ਫਲੈਟ 40% ਆਫ, ਫਲੈਟ 60% ਆਫ, ਨਿਊ ਸਟੋਰ ਓਪਨਿੰਗ ਇਨ ਯੋਰ ਏਰੀਆ, ਫਸਟ ਕਸਟਮਰਸ ਵਿਲ ਗੈਟ 50% ਆਫ। ਸੋ ਇਸ ਤਰ੍ਹਾਂ ਦੇ ਜਿਹੜੀਆਂ ਚੀਜ਼ਾਂ ਆ ਦੀਜ਼ ਐਡਵਰਟੀਜ਼ਮੈਂਟ ਮੈਨ ਡੂ, ਉਹਦੇ ਨਾਲ ਜੇ ਉਹ ਨੇਚਰ ਨੂੰ ਖਰਾਬ ਕਰ ਰਹੇ ਆ, ਬੋਰਡਸ ਲਗਾ ਕੇ ਨੇਚਰ ਦੀ ਐਕਚੁਅਲ ਰੀਅਲ ਬਿਊਟੀ ਨੂੰ ਉਹ ਕਵਰ ਕਰ ਰਹੇ ਆ। And few heavenly talents brighten the world in each generation. We belong to one generation and the next children ਸਾਡੇ ਤੋਂ ਬਾਅਦ, suppose you are the next generation after us and next children after you will be the next generation. ਇਸ ਤਰ੍ਹਾਂ ਉਹ ਕਹਿੰਦੇ ਕਿ ਜੋ generations and generations are coming to this world ਹੈ ਨਾ, ਅਤੇ ਉਹਨਾਂ ਦੇ ਵਿੱਚ ਜੋ from the God itself ਸਾਰਿਆਂ ਦੇ ਅੰਦਰ ਨਾ ਵਾਹਿਗੁਰੂ has put some heavenly talent. God has given some heavenly talents to every human being, ਔਰ ਉਹ ਜਦੋਂ ਇਸ ਧਰਤੀ 'ਤੇ ਪਹੁੰਚਦੇ ਆ then they brighten this world. Artistic inspiration is entrusted to weak human beings who can be tempted with gold. So every generation, every child has the heavenly talent. ਹਰ ਕਿਸੇ ਦੇ ਅੰਦਰ ਟੈਲੈਂਟ ਹੈ, ਔਰ ਬਟ ਉਹਨਾਂ ਦੇ ਅੰਦਰ ਜੋ ਆਰਟਿਸਟਿਕ ਇੰਸਪੀਰੇਸ਼ਨ ਹੈ ਉਹ ਖ਼ਤਮ ਹੋ ਜਾਏਗੀ, ਉਹ ਵੀਕ ਹੋ ਜਾਏਗੀ ਜਦੋਂ ਉਹ ਕਿਸ ਚੀਜ਼ ਦੇ ਬਾਰੇ ਸੋਚਣਾ ਸ਼ੁਰੂ ਕਰ ਦੇਣਗੇ ਅਬਾਊਟ ਦਾ ਪ੍ਰੋਫਿਟ, which who can be tempted with gold. Gold ਇੱਥੇ ਮਤਲਬ ਕੀ ਆ? ਆਪਣਾ ਫ਼ਾਇਦਾ ਨਿਕਾਲਣਾ, ਗੋਲਡ, ਮਨੀ, ਹੋਰ ਕਿਸੇ ਤਰ੍ਹਾਂ ਦੇ ਵੀ ਫ਼ਾਇਦੇ ਨਿਕਾਲਣੇ। Has advertising scrupled means hesitated to buy up the holiest of these gifts and sent them to work peddling. Peddling means when ਜਿਹੜੀ salesman ਵਾਲੀ job ਹੁੰਦੀ ਹੈ, when you go and sell things, ਠੀਕ ਹੈ। ਸੋ ਹੈਜ਼ ਐਡਵਰਟਾਈਜ਼ਿੰਗ ਸਕਰਪਲ, ਕਹਿੰਦੇ ਕਦੇ ਵੀ ਜੋ ਐਡਵਰਟੀਜ਼ਮੈਂਟਸ ਬਣਾਉਂਦੇ ਆ ਕਦੇ ਉਹਨਾਂ ਨੇ ਇਸ ਚੀਜ਼ ਨੂੰ ਹੈਜ਼ੀਟੇਟ ਕੀਤਾ ਕਿ ਅਸੀਂ ਜਿਨ੍ਹਾਂ ਲੋਕਾਂ ਨੂੰ ਐਜ਼ ਏ ਜਿਹੜੇ ਗਰਲਸ ਬੋਇਜ਼ ਨੂੰ ਅਸੀਂ ਐਜ਼ ਏ ਸੇਲਸਮੈਨ ਯੂਜ਼ ਕਰ ਰਹੇ ਹਾਂ ਆਪਣੀ ਫੇਸ ਵਾਸ਼ ਵੇਚਣ ਦੇ ਲਈ, ਆਪਣੇ ਸ਼ੈਂਪੂਜ਼ ਵੇਚਣ ਦੇ ਲਈ, ਅਸੀਂ ਉਹਨਾਂ ਦੇ ਅੰਦਰ ਗੋਡ ਹੈਜ਼ ਗਿਵਨ ਸਮ ਅਮੇਜ਼ਿੰਗ ਗਿਫਟ, ਔਰ ਅਸੀਂ ਉਸ ਗਿਫਟ ਨੂੰ, ਉਸ ਹੈਵਨਲੀ ਗਿਫਟ ਨੂੰ ਅਸੀਂ ਆਪਣੇ ਫਾਇਦੇ ਲਈ ਯੂਜ਼ ਕਰ ਰਹੇ ਹਾਂ ਟੂ ਸੈਲ ਸ਼ੈਂਪੂਜ਼ ਐਂਡ ਫੇਸ ਵਾਸ਼ ਐਂਡ ਅਦਰ ਸੱਚ ਥਿੰਗਸ। ਔਰ ਉਹਨਾਂ ਨੂੰ ਪੈਡਲਿੰਗ ਸਪੈਸ਼ਲੀ ਇਜ਼ ਦਾ ਵੈਨ ਯੂ ਗੋ ਟੂ ਐਵਰੀ ਹਾਊਸ ਟੂ ਸੈਲ ਦਾ ਥਿੰਗਸ, ਜਦੋਂ ਘਰ ਘਰ ਜਾ ਕੇ ਚੀਜ਼ਾਂ ਵੇਚਦੇ ਹਾਂ, ਦੈਟਸ ਦਾ ਪੈਡਲਿੰਗ। ਅਤੇ ਉਹ ਕਹਿੰਦੇ ਕਿ ਕਦੇ ਐਡਵਰਟੀਜ਼ਮੈਂਟ ਮੈਨ ਨੇ ਹੈਜ਼ੀਟੇਟ ਕੀਤਾ ਵਾਟ ਰੋਂਗ ਦੇ ਆਰ ਡੂਇੰਗ ਇਨ ਇਟ। And the traffic in lovely youth, and there is and if we talk about the youth of today, if we talk about today's youth, there is a traffic in the lovely youth. Traffic here means they are very much excited and they are in so much rush ਬਹੁਤ ਹੈ ਅੱਜ ਕੱਲ੍ਹ ਬੱਚਿਆਂ ਨੂੰ, the youth especially, they want to gain easy they want to make an easy money. By the Lord, gentlemen, I would close. He's referring to all the people sitting there and he's using the word gentlemen for them. By Lord means by God I swear, ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਨਾ। So he's saying, by Lord, gentlemen, I would close every advertising agency in the country tomorrow, only to head off the droves of silly girls sufficiently cursed with beauty who troop into the cities each month
most of them to be stained and scarred, a few to find ashy success in the hardening life of model. He says that I would close every advertising in the country tomorrow. ਸਭ ਤੋਂ ਜ਼ਿਆਦਾ ਜੋ ਚੀਜ਼ ਉਸਨੂੰ ਈਵਲ ਲੱਗ ਰਹੀ ਹੈ ਐਡਵਰਟੀਜ਼ਮੈਂਟ ਦੀ ਉਹ ਇਹ ਹੈ ਅਤੇ ਉਹ ਇਹਦੇ ਲਈ ਤਾਂ ਕਹਿੰਦਾ ਮੈਂ ਮੇਰਾ ਬਸ ਚੱਲੇ ਤਾਂ ਮੈਂ ਹਰ ਇੱਕ ਐਡਵਰਟੀਜ਼ਮੈਂਟ ਕੰਪਨੀ ਕੱਲ੍ਹ ਨੂੰ ਹੀ ਬੰਦ ਕਰਵਾ ਦੇਵਾਂ. ਓਨਲੀ ਟੂ ਹੈਡ ਆਫ ਮੀਨਸ ਟੂ ਚੇਂਜ ਦਾ ਡਾਇਰੈਕਸ਼ਨ. ਜਦੋਂ ਆਪਾਂ ਸਪੋਜ਼ ਆਪਾਂ ਨਾਰਥ ਡਾਇਰੈਕਸ਼ਨ ਵੱਲ ਜਾਂਦੇ ਹਾਂ ਉੱਥੇ ਉਹਨਾਂ ਕਿਸੇ ਦੀ ਵੀ ਡਾਇਰੈਕਸ਼ਨ ਨੂੰ ਚੇਂਜ ਕਰ ਦੇਣਾ ਹੈ ਨਾ. ਸਪੋਜ਼ ਏਅਰ ਇਜ਼ ਇਨ ਦਾ ਵਨ ਡਾਇਰੈਕਸ਼ਨ, ਕਿਸੇ ਤਰ੍ਹਾਂ ਦਾ ਆਪਾਂ ਓਬਸਟੈਕਲ ਲਗਾ ਕੇ ਉਹਨੂੰ ਦੂਸਰੀ ਤਰਫ ਨੂੰ ਆਪਾਂ ਭੇਜ ਦਈਏ, ਦੈਟਸ ਹੈਡ ਆਫ. ਓਨਲੀ ਟੂ ਹੈਡ ਆਫ. ਦ ਡਰੂਵਸ here means the groups of silly girls sufficiently cursed with beauty. They have the here ਉਹਨੇ word curse ਦਾ word ਦਾ meaning ਕੀ ਹੁੰਦਾ? curse means ਕਿਸੇ ਨੂੰ ਸ਼ਰਾਪ ਦੇਣਾ. if you are beautiful it is a kind of a blessing of a god, but ਇੱਥੇ ਉਹ ਕੀ ਕਹਿ ਰਿਹਾ? it is a curse, ਕਿਉਂਕਿ ਉਸੇ ਬਿਊਟੀ ਨੂੰ ਯੂਜ਼ ਕਰਕੇ the girls want to join the profession of modeling and it is not an easy profession. ਇਸ ਲਈ ਉਹਨਾਂ ਨੂੰ ਇਸ ਲਈ ਉੱਥੇ ਇਹਨੇ word ਯੂਜ਼ ਕੀਤਾ ਆ sufficiently cursed with beauty. who troop here means who march, who walk into the city each month. ਟਰੂਪ ਵੈਸੇ ਇਕੱਠੇ ਹੋ ਕੇ ਜਦੋਂ ਚੱਲਦੇ ਆ ਨਾ, ਗਰੁੱਪ ਚੱਲਦੇ ਆ. ਟਰੂਪ ਸਪੈਸ਼ਲੀ ਆਰਮੀ ਦੇ ਵਿੱਚ ਵਰਡ ਯੂਜ਼ ਕੀਤਾ ਜਾਂਦਾ. ਜਦੋਂ ਆਰਮੀ ਦਾ ਇੱਕ ਯੂਨਿਟ ਇਕੱਠਾ ਹੋ ਕੇ ਚੱਲਦਾ, ਵੀ ਯੂਜ਼ ਦਾ ਟਰੂਪ ਵਰਡ ਫॉर them. So troop here means march into the cities each month. most of them to be stained ਦਾ ਮਤਲਬ ਕੀ ਹੁੰਦਾ? ਕਿਸੇ ਤੇ ਕੋਈ ਦਾਗ ਧੱਪੇ ਲੱਗਣਾ, that stain. and scared means to be in fear, ਡਰਨਾ. a few to find ashy success in the hardening life of the model. ਕਹਿੰਦਾ ਕਿ ਮੈਂ ਤਾਂ ਕੱਲ੍ਹ ਨੂੰ ਹੀ ਉਹ ਕੰਪਨੀ, ਹਰ ਇੱਕ ਐਡਵਰਟੀਜ਼ਮੈਂਟ ਕੰਪਨੀ ਬੰਦ ਕਰਵਾ ਦਾਂ ਅਗਰ ਮੇਰਾ ਬੱਸ ਚੱਲੇ. ਕਿਉਂ ਬੰਦ ਕਰਵਾ ਦਾਂ? ਜਿਹੜੇ ਬਿਊਟੀਫੁਲ ਗਰਲਸ ਹੈ ਉਹ ਕੀ ਇਸ ਸਿਟੀਜ਼ ਦੇ ਵਿੱਚ ਹਰ ਮੰਥ ਗਰੁੱਪ ਇਸ ਦੇ ਵੱਲ ਨੂੰ ਭੱਜੇ ਆਉਂਦੇ ਆ. ਮੈਂ ਉਹਨਾਂ ਦੀ ਜੋ ਸਿਟੀਜ਼ ਦੇ ਵੱਲ ਨੂੰ ਆਉਣ ਦੀ ਦੌੜ ਹੈ ਉਸ ਡਾਇਰੈਕਸ਼ਨ ਨੂੰ ਚੇਂਜ ਕਰਨਾ ਚਾਹੁੰਦਾ ਆ, ਕਿਉਂਕਿ ਮੈਨੂੰ ਪਤਾ ਆ ਕੀ ਹੋਣਾ ਆ ਜਦੋਂ ਉਹਨਾਂ ਨੇ ਐਕਚੁਅਲੀ ਇੱਥੇ ਆਉਣਾ ਆ. ਦੇ ਆਰ ਗੋਇੰਗ ਟੂ ਫੇਸ ਲੋਟ ਆਫ ਡਿਫਿਕਲਟੀ. ਓਨਲੀ ਫਿਊ ਆਰ ਗੋਇੰਗ ਟੂ ਫਾਈਂਡ ਦਾ ਐਸ਼ੀ ਸਕਸੈਸ. ਜਿਹੜੀ ਉਹਨੂੰ ਸਕਸੈਸ ਮਿਲਣੀ ਵੀ ਹੈ ਉਹਦੇ ਲਈ ਵੀ ਉਹ ਕੀ ਵਰਡ ਯੂਜ਼ ਕਰ ਰਿਹਾ? ਐਸ਼ੀ ਮਤਲਬ ਜੋ ਰਿਮੇਨਿੰਗ ਆਪਾਂ ਪਾਰਟ ਕਹਿ ਦਿੰਦੇ ਨਾ, ਕੁਛ ਜਲ ਜਾਂਦਾ ਜਦੋਂ ਲਾਸਟ ਦੇ ਵਿੱਚ ਕੀ ਬਚਦੀ ਹੈ? ਐਸ਼ ਬਚਦੀ ਹੈ. ਉਹ ਸਵਾਹ ਹੁੰਦੀ ਨਾ ਜਿਹਨੂੰ, ਉਹਨੂੰ ਐਸ਼ ਕਹਿੰਦੇ ਆ. ਉਹ ਜਲਣ ਤੋਂ ਬਾਅਦ ਉਹ ਬਣਦੀ ਹੈ. ਸੋ ਪਹਿਲਾਂ ਤੁਹਾਨੂੰ ਪਹਿਲਾਂ ਆਪਣੇ ਆਪ ਨੂੰ ਸਾਰੀ ਤਰ੍ਹਾਂ ਜਲਾਉਣਾ ਪੈਣਾ, ਬਹੁਤ ਸਟਰਗਲ ਕਰਨੀ ਪੈਂਦੀ ਆ. ਦੈਨ ਯੂ ਗੈਟ ਅ ਐਸ਼ੀ ਸਕਸੈਸ in the hardening life of the model. Every model has a very difficult life, but these girls, they are heading towards the cities and they want to become the model. They are cursed with beauty. They have the beautiful faces and they come to the cities to become models, but only few, ਬਹੁਤ ਘੱਟ ਲੋਕਾਂ ਨੂੰ ਸਕਸੈਸ ਮਿਲਦੀ ਆ. ਬਹੁਤ ਲੋਕਾਂ ਨੂੰ ਤਾਂ, ਬਹੁਤ ਗਰਲਸ ਨੂੰ ਉਹ ਉਹਨਾਂ ਦੀ ਜਿਹੜੀ ਲਾਈਫ ਹੈ ਉਹ ਇਸੇ ਤਰ੍ਹਾਂ ਸਟੇਨ ਐਂਡ ਫੀਅਰ ਦੇ ਵਿੱਚ ਹੀ ਨਿਕਲ ਜਾਂਦੀ ਹੈ. when will a strong voice call a halt means stop. when you say somebody very strongly stop, ਉਹ ਇਸੇ ਤਰ੍ਹਾਂ ਕਹਿ ਰਿਹਾ ਕਦੋਂ ਆਏਗੀ ਇਹ ਸਟਰੋਂਗ ਵੋਇਸ ਐਂਡ ਇਹਨਾਂ ਗਰਲਸ ਨੂੰ ਰੋਕੇਗੀ ਇੱਕ ਸਟਾਪ ਕਹਿ ਕੇ. ਟੂ ਦਿਸ dismal pilgrimage. what is the pilgrimage means the ਯਾਤਰਾ, ਜਿਹੜੀ ਇੱਕ ਧਾਰਮਿਕ ਯਾਤਰਾ ਹੁੰਦੀ ਹੈ ਉਹਨੂੰ ਅਸੀਂ pilgrimage ਕਹਿੰਦੇ ਹਾਂ. dismal means the depressing. ਉਹ ਗਰਲਸ ਐਂਡ ਬॉयਜ਼ ਦਾ ਯੂਥ ਦਾ ਸਿਟੀਜ਼ ਦੀ ਤਰਫ ਆਉਣਾ ਟੂ ਬਿਕਮ ਅ ਮਾਡਲ, ਉਸ ਚੀਜ਼ ਨੂੰ ਉਹ ਕੀ ਕਹਿ ਰਿਹਾ? ਇੱਕ dismal means very depressing, very saddening. ਪਿਲਗ੍ਰਿਮੇਜ ਇੱਕ ਤਰ੍ਹਾਂ ਦੀ ਇੱਕ ਸੈਡ ਯਾਤਰਾ ਆ, ਇਹਦੇ ਲਈ ਉਹ ਵਰਡ ਯੂਜ਼ ਕਰ ਰਿਹਾ. this children's crusade is the movement to the unholy land. people go
ਪੀਪਲ ਮੂਵ ਟੂ ਅ ਹੋਲੀ ਲੈਂਡ ਨਾ ਕ੍ਰੂਸੇਡ ਇੱਕ ਮੂਵਮੈਂਟ ਹੁੰਦੀ ਹੈ ਜਦੋਂ ਲੋਕ ਇਕੱਠੇ ਹੋ ਕੇ ਇੱਕ ਜਗ੍ਹਾ 'ਤੇ ਮਾਰਚ ਕਰਦੇ ਆ ਦੇ ਗੋ ਟੂ ਅ ਵੈਰੀ ਹੋਲੀ ਬਹੁਤ ਪਵਿੱਤਰ ਜਗ੍ਹਾ 'ਤੇ ਕਿਤੇ ਜਾਂਦੇ ਆ ਬਟ ਉਹ ਇਸ ਚੀਜ਼ ਨੂੰ ਕੀ ਕਹਿ ਰਿਹਾ ਬੱਚਿਆਂ ਦੇ ਵਿੱਚ ਇੱਕ ਤਰ੍ਹਾਂ ਦੀ ਨਾਲ ਦੌੜ ਲੱਗ ਚੁੱਕੀ ਹੈ ਕ੍ਰੂਸੇਡ ਹੋ ਰਿਹਾ ਮੂਵਮੈਂਟ ਹੋ ਰਹੀ ਹੈ ਪਰ ਉਹ ਕਿਸ ਤਰਫ ਜਾ ਰਿਹਾ ਨੋਟ ਟੂ ਦਾ ਹੋਲੀ ਲੈਂਡ ਬਟ ਟੂ ਦਾ ਅਨਹੋਲੀ ਲੈਂਡ when will someone denounce the snaring allurements of the picture magazines और कह रहे हैं कदों when will someone denounce meaning ਕੀ ਹੁੰਦਾ ਹੈ ਡਿਕਲੇਅਰ ਰੋਂਗ ਕਿਸੇ ਚੀਜ਼ ਨੂੰ ਗਲਤ ਘੋਸ਼ਿਤ ਕਰਨਾ when will someone denounce ਇਸ ਚੀਜ਼ ਨੂੰ ਕਹਿੰਦਾ ਕੌਣ ਗਲਤ ਘੋਸ਼ਿਤ ਕਰੇਗਾ ਕਿਸ ਚੀਜ਼ ਨੂੰ denounce the snaring means the ਜੋ ਚੀਜ਼ ਤੁਹਾਨੂੰ ਆਪਣੇ ਵੱਲ ਕੈਪਚਰ ਕਰ ਲਵੇ ਠੀਕ ਹੈ allurements means the attractions ਜਿਸ ਤਰ੍ਹਾਂ ਕੋਈ ਸ਼ਾਈਨਿੰਗ ਚੀਜ਼ ਹੁੰਦੀ ਹੈ ਅਗਰ ਕੋਈ ਨਹੀਂ ਵੀ ਚਾਹੁੰਦਾ ਉਹ ਉਸ ਚਮਕ ਦੇ ਵੱਲ ਸਭ ਦਾ ਧਿਆਨ ਜਾਂਦਾ ਹੈ ਦੈਟਸ ਦਾ ਅਸੀਂ ਉਸ ਚੀਜ਼ ਨੂੰ ਕੀ ਕਵਾਂਗੇ snaring allurement ਹੈ ਉਹ that's capturing attraction that's capturing attention of the others of the picture magazine actually picture magazines ਦੇਖਦੇ ਹਾਂ ਜਿਹੜਾ youth ਹੈ they buy the magazines they see the photos of the girls models models girls and boys ਇਹਨਾਂ ਦੀਆਂ ਪਿਕਚਰਸ ਦੇਖਦੇ ਆ they get inspired ਉਹਨਾਂ ਨੂੰ ਲੱਗਦਾ wow what a body they have and what a great life she's living she looks so beautiful how she's smiling how beautifully she's dressed up ਉਹਨਾਂ ਪਿਕਚਰ ਮੈਗਜ਼ੀਨ ਤੋਂ children get attract ਸੋ ਉਸ ਚੀਜ਼ ਨੂੰ ਕੀ ਕਹਿ ਰਿਹਾ ਹੈ snaring allurement ਜਿਹੜੀ ਕਿ ਬੱਚਿਆਂ ਦੀ ਅਟੈਂਸ਼ਨ ਨੂੰ ਕੈਪਚਰ ਕਰ ਰਹੀ ਹੈ ਕਹਿੰਦਾ ਕੌਣ ਇਸ ਚੀਜ਼ ਨੂੰ ਪਿਕਚਰ ਮੈਗਜ਼ੀਨ ਦੇ ਵਿੱਚ ਜੋ ਅਟਰੈਕਸ਼ਨ ਦਿਖਾਈ ਜਾ ਰਹੀ ਹੈ ਉਹ ਕਦੋਂ ਕੌਣ ਇਸ ਚੀਜ਼ ਨੂੰ ਗਲਤ ਘੋਸ਼ਿਤ ਕਰੇਗਾ denounce means declare something wrong when will someone tell these babies here ਕਿਹਨੂੰ ਕਹਿ ਰਿਹਾ the young girls and boys ਉਹਨਾਂ ਲਈ ਉਹ ਕੀ ਵਰਡ ਯੂਜ਼ ਕਰ ਰਿਹਾ babies when will someone tell these babies that for each girl who grins means show teeth to laugh by showing the teeth who grins on the magazine cover 100 beep in the back rooms or even the grin is bought and forced thing that fades with the flash of photographer's bulb leaving the face grim again with scheming and with or heartbreak ਔਰ ਕਹਿੰਦਾ ਕਿ when will someone tell ਕਦੋਂ ਕੋਈ ਨਾ ਬੱਚਿਆਂ ਨੂੰ ਸਮਝਾਏਗਾ to the youth girls and boys that even the grin ਉਹਨਾਂ ਨੂੰ that for each girl who grins in a magazine cover ਤੁਸੀਂ ਜਿਸ ਮੈਗਜ਼ੀਨ ਕਵਰ 'ਤੇ ਫੋਟੋ ਨੂੰ ਦੇਖ ਕੇ ਉਹਨਾਂ ਦੇ ਫੇਸ ਦੇ ਉੱਤੇ ਖੁਸ਼ੀ ਨੂੰ ਦੇਖ ਕੇ you get inspired and ਯੂ ਵਾਂਟ ਕਿ ਅਸੀਂ ਵੀ ਇਹਨਾਂ ਵਰਗੇ ਹੀ ਬਣੀਏ ਕੀ ਤੁਹਾਨੂੰ ਪਤਾ ਆ ਉਸ ਮੈਗਜ਼ੀਨ ਕਵਰ ਦੇ ਉੱਤੇ ਜਿਹੜੀ ਖੁਸ਼ੀ ਝਲਕ ਰਹੀ ਹੁੰਦੀ ਹੈ ਉਹਦੇ ਐਕਚੁਅਲੀ ਪਿੱਛੇ 100 beep in the back room ਜਦੋਂ ਸਾਹਮਣੇ ਆ ਕੇ ਫੋਟੋ ਕਰਵਾਉਂਦੇ ਆ ਉਸ ਤੋਂ ਪਿੱਛੇ ਉਹ ਉਸ ਬੈਕ ਰੂਮ ਦੇ ਵਿੱਚ ਉਹ ਕਿੰਨਾ ਜ਼ਿਆਦਾ ਰੋਏ ਹੁੰਦੇ ਆ ਐਂਡ ਈਵਨ ਦਾ ਗ੍ਰਿਨ is bought and forced thing that fades with a flash of the photographer's bulb ਔਰ ਤੁਸੀਂ ਵੀ ਦੇਖੀ ਹੈ ਫੋਟੋਗ੍ਰਾਫੀ everybody has seen it ਉਹ ਨਾਲ ਫਲੈਸ਼ ਲਾਈਟ ਯੂਜ਼ ਕਰਦੇ ਆ why they use the flashlight ਫੇਸ ਨੂੰ ਚਮਕ ਦੇਣ ਦੇ ਲਈ ਹੈ ਨਾ natural light sometimes in the room there is no natural light ਉੱਥੇ ਫਲੈਸ਼ ਲਾਈਟ ਦਾ ਯੂਜ਼ ਕੀਤਾ ਜਾਂਦਾ ਉਸ ਬਲਬ ਦਾ ਯੂਜ਼ ਕੀਤਾ ਜਾਂਦਾ ਹੈ so that ਉਹਦੇ ਉੱਥੇ ਪ੍ਰੋਪਰ ਲਾਈਟ ਅਸੀਂ ਪ੍ਰੋਵਾਈਡ ਕਰ ਸਕੀਏ ਔਰ ਈਵਨ ਦੈਟ ਗੇਨ ਇਜ਼ ਬੋਟ ਐਂਡ ਫੋਰਸ ਥਿੰਗ ਉਹਨਾਂ ਨੂੰ ਇਸ ਚੀਜ਼ ਲਈ ਕਿਹਾ ਜਾਂਦਾ ਹੈ ਕਿ ਤੁਸੀਂ ਖਰੀਦੀ ਹੋਈ ਹੁੰਦੀ ਹੈ ਉਹ ਚੀਜ਼ ਦੈਟ ਕਿ ਤੁਹਾਨੂੰ ਇੰਨਾ ਪੈਸਾ ਮਿਲ ਰਿਹਾ ਇੰਨਾ ਹੱਸੋ ਇੰਨੇ ਦੰਦ ਦਿਖਣੇ ਚਾਹੀਦੇ ਆ ਇਸ ਤਰ੍ਹਾਂ ਤੁਸੀਂ ਖੜੇ ਹੋਣਾ ਇਸ ਤਰ੍ਹਾਂ ਤੁਸੀਂ ਬੈਠਣਾ ਆ ਈਵਨ ਦੈਟ ਗ੍ਰਿਨ ਜਿਹੜਾ ਤੁਹਾਨੂੰ ਹੱਸੀ ਜੋ ਉਹਨਾਂ ਦੇ ਦੰਦ ਨਿਕਲ ਰਹੇ ਹੁੰਦੇ ਆ ਤੁਹਾਨੂੰ ਲੱਗ ਰਿਹਾ ਹੁੰਦਾ ਕਿ ਬਹੁਤ ਇੰਜੋਏ ਕਰ ਰਿਹਾ ਸਮਟਾਈਮਸ they are not enjoying that's the bought thing ਉਹਨਾਂ ਨੂੰ ਪੈਸਾ ਦੇ ਕੇ ਉਹ ਚੀਜ਼ ਲਿਆਂਦੀ ਜਾਂਦੀ ਹੈ
ਐਂਡ ਫੋਰਸਡ, ਉਹਨਾਂ ਨੂੰ ਬਹੁਤ ਜ਼ਿਆਦਾ ਫੋਰਸ ਕੀਤਾ ਜਾਂਦਾ ਹੈ ਦੈਟ ਯੂ ਹੈਵ ਟੂ ਬਿਹੇਵ, ਯੂ ਹੈਵ ਟੂ ਲੁੱਕ ਲਾਈਕ ਦਿਸ। ਔਰ ਉਹ ਜਿਹੜਾ ਮੈਗਜ਼ੀਨ ਕਵਰ ਮੈਗਜ਼ੀਨ 'ਤੇ ਤੁਹਾਨੂੰ ਫੋਟੋ ਦਿਖਦੀ ਹੈ ਜਿਹਦੇ ਵਿੱਚ ਉਹ ਖੁਸ਼ੀ ਝਲਕ ਰਹੀ ਹੁੰਦੀ ਹੈ, ਉਹ 1 ਮਿੰਟ 'ਚ ਫੇਡ ਹੋ ਜਾਂਦੀ ਹੈ, 1 ਮਿੰਟ 'ਚ ਖ਼ਤਮ ਹੋ ਜਾਂਦੀ ਹੈ ਜਦੋਂ ਜਿਹੜਾ ਫੋਟੋਗ੍ਰਾਫਰ ਜਦੋਂ ਫੋਟੋਗ੍ਰਾਫੀ ਕਰਦਾ ਆ, ਜਦੋਂ ਉਹਦਾ ਬਲਬ ਜਿਹੜਾ ਫਲੈਸ਼ ਕਰ ਦਿੰਦਾ ਆ, ਉਸ ਤੋਂ ਪਤਾ ਕੀ ਚੱਲਦਾ ਜਦੋਂ ਬਲਬ ਫਲੈਸ਼ ਕਰ ਦਿੰਦਾ, ਦਿਸ ਮੀਨਸ ਕਿ ਉਹ ਫੋਟੋ ਜਿਹੜੀ ਹੈ ਕਲਿੱਕ ਹੋ ਗਈ ਹੈ। ਜਦੋਂ ਵੀ ਡਿਜੀਟਲ ਕੈਮਰਾ ਦੇ ਵਿੱਚ ਫੋਟੋ ਕਲਿੱਕ ਕਰਦੇ ਆ ਫਲੈਸ਼ ਹੁੰਦੀ ਹੈ, ਦਿਸ ਮੀਨਸ ਕਿ ਫੋਟੋ ਕੈਪਚਰ ਹੋ ਗਈ ਹੈ। ਕਹਿੰਦੇ ਜਦੋਂ ਹੀ ਉਸ ਫੋਟੋਗ੍ਰਾਫਰ ਦਾ ਬਲਬ ਜਿਹੜਾ ਉਹ ਫਲੈਸ਼ ਕਰਦਾ ਆ, ਉਹ ਜੋ ਖੁਸ਼ੀ ਤੁਹਾਨੂੰ ਮੈਗਜ਼ੀਨ ਕਵਰ ਦੇ ਵਿੱਚ ਬਹੁਤ ਵਧੀਆ ਲੱਗਦੀ ਹੈ, ਅਟਰੈਕਟ ਕਰਦੀ ਹੈ, ਉਹ ਉਸੇ ਟਾਈਮ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਖਤਮ ਹੋ ਜਾਂਦੀ ਹੈ। ਲੀਵਿੰਗ ਦਾ ਫੇਸ ਗ੍ਰਿਮ, ਗ੍ਰਿਮ ਮੀਨਸ ਸੈਡ ਵਿਦ ਸਕੀਮਿੰਗ ਔਰ ਅ ਹਾਰਟ ਬ੍ਰੇਕ। ਅਤੇ ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਫੋਲੋ ਕਰਨਾ ਪੈਂਦਾ ਸ਼ਡਿਊਲ ਐਂਡ ਐਵਰੀਥਿੰਗ ਉਸ ਚੀਜ਼ ਦੇ ਨਾਲ, ਔਰ ਕਈ ਵਾਰ ਵਿਦ ਅ ਹਾਰਟ ਬ੍ਰੇਕ ਉਹਨਾਂ ਦਾ ਜਿਹੜਾ ਬਾਅਦ ਦੇ ਵਿੱਚ ਫੇਸ ਹੁੰਦਾ, ਦੈਟਸ ਵੈਰੀ ਸੈਡ। To what end is all this lying, vandalism and misuse? To what end? End here means कि किस ਲਈ? What is the end product? When you do something, ਕੁਛ ਵੀ processing ਹੋ ਰਹੀ ਹੈ, ਉਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਬਾਅਦ ਵਿੱਚ ਇਹ end product ਨਿਕਲਦਾ। Suppose you are studying, okay, then you will become something in your life, ਕੋਈ teacher ਬਣੇਗਾ, ਕੋਈ other jobs ਦੇ ਵਿੱਚ ਜਾਏਗਾ, ਕੋਈ painter ਬਣੇਗਾ, ਕੋਈ photographer ਬਣੇਗਾ। So ਜੋ ਵੀ ਤੁਸੀਂ ਕੰਮ ਕਰਦੇ ਹੋ ਉਹਦਾ ਐਂਡ ਪ੍ਰੋਡਕਟ ਕੁਛ ਨਾ ਕੁਛ ਹੁੰਦਾ ਹੈ। ਸੋ ਟੂ ਵਾਟ ਐਂਡ, ਕਹਿੰਦੇ ਕਿਸ ਲਈ, ਕਿਸ ਕੀ ਇੱਦਾਂ ਦੀ ਕੀ ਚੀਜ਼ ਤੁਸੀਂ ਗੇਨ ਕਰ ਰਹੇ ਹੋ ਜਿਹਦੇ ਲਈ ਤੁਸੀਂ ਝੂਠ ਬੋਲ ਰਹੇ ਹੋ, ਯੂ ਆਰ ਲਾਇੰਗ। ਵੈਂਡਲਿਜ਼ਮ, ਵੈਂਡਲਿਜ਼ਮ ਮੀਨਸ ਡਿਸਟਰਕਸ਼ਨ। ਲਾਇੰਗ ਕਿਸ ਤਰ੍ਹਾਂ, ਝੂਠ ਬੋਲ ਕੇ ਕਿ ਇਹਦੇ ਨਾਲ ਆਪਕੀ ਚਿਹਰੇ ਕੀ ਸੁੰਦਰਤਾ ਆਏਗੀ, ਖੂਬਸੂਰਤੀ ਨਿਖਰੇਗੀ, these all things when they sell their useless things, ਇਹ ਝੂਠ ਬੋਲਿਆ ਜਾਂਦਾ, ਇਹ ਇਸ ਲਾਇੰਗ ਦੀ ਗੱਲ ਕਰ ਰਿਹਾ। ਵੈਂਡਲਿਜ਼ਮ, what is the vandalism? Vandalism is the destruction. Destruction ਕਿਸ ਤਰ੍ਹਾਂ, ਨੇਚਰ ਨੂੰ ਖਰਾਬ ਕਰ ਰਿਹਾ, it is a kind of destruction. And misuse, misuse means you are misusing the youth, ਉਹਨਾਂ ਦੀ ability, ਉਹਨਾਂ ਦੀ creativity ਨੂੰ you are misusing. You are trying to sell, never mind what, never mind how, never mind to whom, just sell, sell, sell. ਤੁਹਾਡਾ ਕਹਿੰਦੇ ਕੀ ਮਕਸਦ ਹੈ, ਤੁਸੀਂ ਵੇਚਣਾ ਚਾਹੁੰਦੇ ਆ। ਨੈਵਰ ਮਾਈਂਡ ਵਾਟ, ਕੀ ਵੇਚ ਰਹੇ ਆ ਇਸ ਗੱਲ 'ਤੇ ਵੀ ਨਹੀਂ ਧਿਆਨ ਦਿੰਦੇ। ਨੈਵਰ ਮਾਈਂਡ ਹਾਊ, ਕਿਸ ਤਰ੍ਹਾਂ ਵੇਚ ਰਹੇ ਆ ਇਹ ਵੀ ਧਿਆਨ ਨਹੀਂ ਦਿੰਦੇ। ਐਂਡ ਨੈਵਰ ਮਾਈਂਡ ਟੂ ਹੂਮ, ਕਿਹਨੂੰ ਵੇਚ ਰਹੇ ਆ, ਟੂ ਦ ਇਨੋਸੈਂਟ ਪੀਪਲ, ਤੁਸੀਂ ਉਹਨਾਂ ਬਾਰੇ ਵੀ ਖਿਆਲ ਨਹੀਂ ਕਰਦੇ। ਵਾਟ ਆਰ ਯੂ ਡੂਇੰਗ, ਯੂ ਆਰ ਜਸਟ ਟਰਾਈਂਗ ਟੂ ਸੈਲ, 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 ਦੈਟਸ ਦ ਐਂਡ ਪ੍ਰੋਡਕਟ। ਤੁਸੀਂ ਤੁਹਾਡਾ ਵੇਚਣਾ ਹੀ ਬਸ ਇੱਕ ਮਕਸਦ ਹੈ। ਸਮੋਲ ਵੰਡਰ, ਕਹਿੰਦੇ ਮੈਨੂੰ ਥੋੜ੍ਹੀ ਜਿਹੀ ਹੈਰਾਨੀ ਹੋ ਰਹੀ ਹੈ ਇਸ ਚੀਜ਼ ਸੇ, ਆਮ ਲਿਟਲ ਸਰਪ੍ਰਾਈਜ਼ that in good old American slang sell means fraud. ਇੱਕ ਕਹਿੰਦੇ ਸਲੈਂਗ ਕੀ ਹੁੰਦਾ ਹੈ, ਸਲੈਂਗ ਮਤਲਬ ਜਿਹੜੀ ਕਿ ਇੱਕ ਥੋੜ੍ਹੀ ਜਿਹੀ ਯੂਥ ਦੀ ਅਸੀਂ ਕਹਿ ਸਕਦੇ ਹਾਂ, ਜਾਂ ਥੋੜ੍ਹੇ ਜਿਹੇ ਲੋਕਾਂ ਦੀ ਆਪਣੀ ਇੱਕ ਸਪੈਸ਼ਲ ਲੈਂਗੁਏਜ ਹੁੰਦੀ ਹੈ ਜਿਹੜੀ ਉਹਨਾਂ ਨੂੰ ਹੀ ਸਮਝ ਆਉਂਦੀ ਹੈ। ਅਤੇ ਕਹਿੰਦੇ ਕਿ ਉਸ ਸਲੈਂਗ ਦੇ ਵਿੱਚ, ਇਹ ਓਲਡ ਅਮੈਰੀਕਨ ਇੱਕ ਸਲੈਂਗ ਸੀ, ਉਹਦੇ ਵਿੱਚ ਸੈਲ ਵਰਡ ਦਾ ਕੀ ਮੀਨਿੰਗ ਹੁੰਦਾ ਸੀ, ਫਰੋਡ, ਧੋਖਾ ਕਰਨਾ ਕਿਸੇ ਲਈ। So you are doing that fraud. He's saying to the advertisement men. ਉੱਥੇ ਐਡਵਰਟਾਈਜ਼ਮੈਂਟ ਮੈਨ ਸਾਰੇ ਬੈਠੇ ਹੋਏ ਆ ਜਿਹੜੀ ਕਿ ਐਡਵਰਟਾਈਜ਼ਿੰਗ ਕਰਦੇ ਆ, ਔਰ ਉਹਨਾਂ ਨੂੰ ਐਡਰੈਸ ਕਰਨ ਲਈ ਹਰਮਨ ਵਾਕ ਨੂੰ ਬੁਲਾਇਆ ਗਿਆ ਸੀ। ਐਂਡ ਉਹਨਾਂ ਦੇ ਸਾਹਮਣੇ ਹੀ ਉਹ ਉਹਨਾਂ ਨੂੰ ਕਹਿ ਰਿਹਾ ਆ, you are doing the fraud. Come now, do you hesitate to promise a requited love to miserable girls, triumph to failure, virility, triumph to failures, virility to weaklings, even prowess to little children for the price of mouthwash or a breakfast food. ਕਹਿੰਦੇ come on now, please think, do you hesitate, ਕਹਿੰਦੇ ਹਜੇ ਵੀ ਤੁਸੀਂ ਇਹ ਹੈਜ਼ੀਟੇਟ ਕਰੋਗੇ, ਹਜੇ ਵੀ ਝਿਜਕ ਤੁਹਾਡੇ ਅੰਦਰ ਹੋਏਗੀ। ਟੂ ਪ੍ਰੋਮਿਸ, ਕੀ ਪ੍ਰੋਮਿਸ ਕਰੋ ਕਹਿ ਰਿਹਾ ਤੁਸੀਂ ਮੈਨੂੰ। You must promise a requited love. Requited means to repay. To whatever you have taken, to repay it. Requited love to miserable girls. Lots of
girls come with a hope to become models with you, ਪਰ ਤੁਸੀਂ ਉਹਨਾਂ ਨੂੰ ਕਈ ਵਾਰ ਬਹੁਤ ਦੁੱਖ ਤੰਗ ਕਰਦੇ ਹੋ, ਬਹੁਤ ਦੁਖੀ ਕਰਦੇ ਹੋ. I want you to promise to give love to those miserable girls. Triumph to the failures. Many have failed, and I want you to give triumph. Triumph means victory to the failures. Virility to weaklings. Virility ਕੀ ਹੁੰਦੀ ਆ? Strength. Strength to the weaklings. Those people who are weak, I want you to give them strength. Even prowess to little children. What does the word prowess means? It means to give skill. I want you to give ਕਿ ਉਹ ਜਿਹੜੇ ਲਿਟਲ ਚਿਲਡਰਨ ਹੈ ਉਹਨਾਂ ਦੇ ਅੰਦਰ ਤੁਸੀਂ ਕੋਈ ਕਲਾ ਜਗਾਉਣ ਦੀ ਕੋਸ਼ਿਸ਼ ਕਰੋ, ਨਾ ਕਿ ਉਹਨਾਂ ਨੂੰ ਮਿਸਯੂਜ਼ ਕਰੋ ਫॉर योर ਪ੍ਰੋਫਿਟਸ, for a price of mouthwash or a breakfast food. I think ਹੁਣ ਤੁਸੀਂ ਸਿਰਫ ਇੱਕ mouthwash ਵੇਚਣ ਦੇ ਲਈ ਜਾਂ ਇੱਕ breakfast food ਵੇਚਣ ਦੇ ਲਈ I think you won't do any wrong to the other people. ਤੁਸੀਂ ਉਹਨਾਂ ਨੂੰ strength, you would give them love and even skill to the children. Does it ever occur to you to be ashamed to live by preying on the myriad little tragedies of unfulfillment and make your methods pay so well? Praying ਕੀ ਕਰਨਾ? ਕਿਸੇ ਤੇ ਸ਼ਿਕਾਰ ਬਣਾਉਣਾ ਹੁੰਦਾ ਕਿਸੇ ਨੂੰ. Myriad means the large number of. Does it ever occur to you to be ashamed? ਕਹਿੰਦੇ ਕਦੇ ਤੁਹਾਨੂੰ ਇਸ ਤਰ੍ਹਾਂ ਸ਼ਰਮਿੰਦਗੀ ਮਹਿਸੂਸ ਨਹੀਂ ਹੋਈ that how you live? ਤੁਸੀਂ ਲੋਕਾਂ ਦੀਆਂ unfulfilled ਜਿਹੜੀਆਂ tragedies ਹੁੰਦੀਆਂ, little tragedies of unfulfillment. Why people come to cities? ਕੋਈ ਜੌਬ ਦੇ ਲਈ ਜਾਂ ਕਿਸ ਤਰ੍ਹਾਂ ਕਿਉਂ ਆਉਂਦੇ ਆ? Because in their house ਕੋਈ ਨਾ ਕੋਈ ਇੱਦਾਂ ਦੀਆਂ tragedies ਹੋਈਆਂ ਆ ਕਿ ਉਹਨਾਂ ਦੇ ਕੋਲ ਅੱਛਾ ਖਾਣ ਪੀਣ ਦੇ ਲਈ ਪੈਸਾ ਜਾਂ ਪਹਿਨਣੇ ਲਈ ਕੁਛ ਨਹੀਂ ਹੁੰਦਾ. They come to the city in the search of job to become the models so that they can give good food to their family, ਤਾਂ ਆਪਣੇ ਘਰਦਿਆਂ ਨੂੰ ਅੱਛਾ ਖਾਣਾ ਖਿਲਾ ਸਕਣ. ਔਰ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਇਹ ਟ੍ਰੈਜਡੀਜ਼ ਹੁੰਦੀਆਂ. Myriad means large number of little tragedies of unfulfillment ਮਤਲਬ ਉਹਨਾਂ ਦੇ ਕੋਲ ਸਾਰਾ ਕੁਛ ਨਹੀਂ ਹੁੰਦਾ. They want to buy ਔਰ ਉਹਨਾਂ ਲਈ ਪੈਸਾ ਚਾਹੀਦਾ ਹੈ ਉਹਨਾਂ ਨੂੰ, and for that they send their children to work in the cities. and ਔਰ ਤੁਸੀਂ ਕਹਿੰਦੇ ਉਹਨਾਂ ਨੂੰ ਹੀ ਕੀ ਬਣਾ ਰਹੇ ਹੋ? ਸ਼ਿਕਾਰ ਬਣਾ ਰਹੇ ਹੋ. Live by preying on their fulfillment. ਉਹਨਾਂ ਦੀ ਜੋ ਉਹਨਾਂ ਦੇ ਕੋਲ ਮਜਬੂਰੀਆਂ ਹੁੰਦੀਆਂ ਉਸ ਚੀਜ਼ ਨੂੰ ਤੁਸੀਂ ਸ਼ਿਕਾਰ ਬਣਾ ਕੇ ਤੁਸੀਂ ਆਪਣਾ ਯੂ ਮੇਕ ਯੋਰ ਮੈਥਡਸ ਪੇ ਸੋ ਵੈਲ, ਅਤੇ ਤੁਸੀਂ ਆਪਣਾ ਪ੍ਰੋਫਿਟ, ਆਪਣਾ ਫਾਇਦਾ, ਇੱਕ ਤੁਸੀਂ ਇਹ ਤਰੀਕਾ ਬਣਾਇਆ ਹੋਇਆ ਮੈਥਡ ਯੂਜ਼ ਕਰਦੇ ਆ ਐਂਡ ਯੂ ਗੈਟ ਲੋਟ ਆਫ ਪ੍ਰੋਫਿਟ. I trust I am offending everybody very deeply. ਕਹਿੰਦਾ ਇੱਥੇ ਸਾਰੇ ਉਹ ਲੋਕ ਬੈਠੇ ਆ who are dealing with the advertisement industry, and he says, I trust, I definitely feel that I'm offending ਮਤਲਬ ਕਿਸੇ ਨੂੰ ਗੁੱਸਾ ਦਿਲਾਣਾ, ਕਿਸੇ ਨੂੰ ਦੇ ਨਾਲ ਡਿਸਐਗਰੀ ਹੋਣਾ. ਕਹਿੰਦੇ ਆਈ ਐਮ ਓਫੈਂਡਿੰਗ ਐਵਰੀਬਡੀ ਵੈਰੀ ਡੀਪਲੀ. ਮੈਂ ਤੁਹਾਨੂੰ ਸਾਰਿਆਂ ਨੂੰ ਇਸ ਟਾਈਮ ਬਹੁਤ ਓਫੈਂਡ ਕਰ ਰਿਹਾ, ਇੱਕ ਕਾਈਂਡ ਆਫ ਇਨਸਲਟ ਕਰ ਰਿਹਾ ਹਾਂ. An artist has the privileges of the court fool, you know. ਉਹ ਆਪਣੇ ਆਪ ਨੂੰ ਇੱਥੇ ਐਜ਼ ਏ ਨੋਵਲਿਸਟ, ਐਜ਼ ਏ ਰਾਈਟਰ, ਹੀ ਇਜ਼ ਟਾਕਿੰਗ ਅਬਾਊਟ ਹਿਮਸੈਲਫ. ਐਨ ਆਰਟਿਸਟ ਹੈਜ਼ ਦ ਪ੍ਰਿਵਿਲੇਜਿਸ ਆਫ ਦ ਕੋਰਟ ਫੂਲ, ਯੂ ਨੋ. ਕੋਰਟ ਫੂਲ ਕੀ ਹੁੰਦਾ ਹੈ? ਇਹ ਇਨ ਦਾ ਰੋਇਲਟੀ, ਜਿਹੜਾ ਰਾਜੇ ਮਹਾਰਾਜਿਆਂ ਦੇ ਵਿੱਚ ਹੁੰਦਾ ਆ, ਉਹ ਆਪਣੇ ਉਹਨਾਂ ਦੇ ਵਿੱਚ ਕੁਛ ਫੂਲਸ ਹੁੰਦੇ ਆ. ਫੂਲਸ ਹੇਅਰ ਡਜ਼ ਨਾਟ ਮੀਨਸ ਦਾ ਐਕਚੁਅਲੀ ਕੋਈ ਸਮਬਡੀ ਇਜ਼ ਮੈਡ ਪਰਸਨ, ਨੋ. ਫੂਲਸ ਹੁੰਦੇ ਉਹ ਕੋਰਟ ਦੇ ਵਿੱਚ ਯੂਜ਼, ਉਹਨਾਂ ਨੂੰ ਕੋਰਟ ਫੂਲ ਕਹਿੰਦੇ ਆ. ਉਹ ਕੋਰਟ ਦੇ ਵਿੱਚ ਰਾਜੇ ਮਹਾਰਾਜਿਆਂ ਦੀ ਜਿਹੜੇ ਪੈਲੇਸ ਹੁੰਦੇ ਆ ਉਹਦੇ ਵਿੱਚ ਹੁੰਦੇ ਆ. ਉਹ ਉਹਨਾਂ ਦੀ ਇੰਟਰਟੇਨਮੈਂਟ ਲਈ ਕੁਛ ਨਾ ਕੁਛ ਕਰਦੇ ਆ. ਇੰਟਰਟੇਨਮੈਂਟ ਦੇ ਲਈ ਕਾਮੇਡੀ ਸੀਨਸ ਜਾਂ ਡਾਂਸ ਪਰਫੋਰਮੈਂਸਿਸ ਇਸ ਤਰ੍ਹਾਂ ਕਰਦੇ ਆ. ਉਹ ਕਹਿ ਰਿਹਾ ਕਿ ਆਰਟਿਸਟ ਜਿਹੜਾ ਹੁੰਦਾ ਹੈ ਉਹਦੇ ਕੋਲ ਪ੍ਰਿਵਿਲੇਜਿਸ ਹੁੰਦੀਆਂ, ਉਹਦੇ ਕੋਲ ਬੈਨੀਫਿਟਸ ਹੁੰਦੇ ਆ ਕੋਰਟ ਫੂਲ ਦੇ. ਉਹ ਮਜ਼ਾਕ ਦੇ ਵਿੱਚ ਬਹੁਤ ਚੀਜ਼ਾਂ ਸਮਝਾ ਜਾਂਦਾ ਹੈ, ਬਹੁਤ ਚੀਜ਼ਾਂ ਕਹਿ ਜਾਂਦਾ ਹੈ, ਔਰ ਉਹਨਾਂ ਦਾ ਕੋਈ ਵੀ ਗੁੱਸਾ ਨਹੀਂ ਕਰਦਾ ਜੋ ਕੋਰਟ ਫੂਲ ਚੀਜ਼ਾਂ ਕਹਿੰਦੇ ਆ. ਆਈ ਪੇਂਟ
because I see with the seeing eye, an eye that familiarity never glazes. ਕਹਿੰਦੇ I can paint, ਕੋਈ artist ਹੈ, how can he paint? ਕਿਉਂਕਿ he can see with the seeing eye. ਸਾਰਿਆਂ ਦੇ ਕੋਲ ਅੱਖਾਂ ਆ, ਬਟ ਅਸੀਂ ਕੀ ਕਰ ਰਹੇ ਹਾਂ, ਅਸੀਂ ਉਸ ਚੀਜ਼ ਨੂੰ ਧਿਆਨ ਦੇ ਨਾਲ ਦੇਖ ਕੇ ਉਹਦੇ ਵਿੱਚੋਂ ਕੁਛ ਉਹਦੇ ਵਿੱਚ ਕੁਛ ਵਧੀਆ ਨਹੀਂ, ਕਈ ਵਾਰ ਅਸੀਂ ਕੁਛ ਚੀਜ਼ਾਂ ਕੈਜੂਅਲੀ ਦੇਖਦੇ ਹਾਂ ਐਂਡ we don't see something beautiful or extraordinary in those things. ਲੇਕਿਨ ਜਿਹੜਾ ਆਰਟਿਸਟ ਹੋਏਗਾ, ਜਿਹੜਾ ਪੇਂਟ ਕਰੇਗਾ, ਉਹਨੂੰ ਉਹ ਚੀਜ਼ਾਂ ਨੂੰ ਆਪਣੀਆਂ ਉਹਨਾਂ ਹੀ ਨਜ਼ਰਾਂ ਦੇ ਨਾਲ ਦੇਖ ਲੈਂਦਾ ਆ। ਐਨ ਆਈ ਦੈਟ ਫੈਮਿਲੀਅਰਿਟੀ ਨੈਵਰ ਗਲੇਜ਼ਿਸ। ਅਤੇ ਕਹਿੰਦਾ ਇਹ ਇੱਦਾਂ ਦੀਆਂ ਅੱਖਾਂ ਹੁੰਦੀਆਂ ਕਿ ਜਿਹੜੀ ਫੈਮਿਲੀਅਰਿਟੀ, ਜਿਹੜੀਆਂ ਕੈਜੂਅਲ ਚੀਜ਼ਾਂ ਹੁੰਦੀਆਂ, ਉਹਨਾਂ ਨੂੰ ਕਦੇ ਵੀ ਪੇਂਟ ਨਹੀਂ ਕਰਦੇ। ਗਲੇਜ਼ ਕਰਨਾ ਐਕਚੁਅਲੀ ਪੇਂਟਿੰਗ ਦੇ ਵਿੱਚ ਇਹ ਟਰਮ ਹੁੰਦੀ ਆ, ਜਿਹਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਟਰਾਂਸਪੇਰੈਂਟ ਕਲਰ ਯੂਜ਼ ਕੀਤੇ ਜਾਂਦੇ ਆ। ਜੋ ਮੇਨ ਕਲਰ ਹੁੰਦੇ ਆ ਉਹਦੇ ਉੱਪਰ ਇੱਕ ਟਰਾਂਸਪੇਰੈਂਟ ਕਲਰ ਯੂਜ਼ ਕੀਤਾ ਜਾਂਦਾ, ਦੈਟਸ ਗਲੇਜ਼ਿਸ। Advertising strikes me as it would be a man from Mars and it undoubtedly appears to be angel. ਕਹਿੰਦੇ advertising strikes me, ਇਹ ਮੈਨੂੰ advertising thing ਕਿਸ ਤਰ੍ਹਾਂ ਦੀ ਲੱਗਦੀ ਆ? It's like a man from the Mars. Mars is the another planet. We live on the planet Earth. ਜਿਸ ਤਰ੍ਹਾਂ ਮਾਰਸ ਤੋਂ ਕੋਈ ਬੰਦਾ ਆਉਂਦਾ ਆ, ਇਸ ਤਰ੍ਹਾਂ ਲੱਗਦਾ ਆ। ਐਂਡ ਉਹ ਸਾਰਿਆਂ ਨੂੰ ਦੇਖਣ ਦੇ ਲਈ ਕੀ ਲੱਗਦਾ? ਐਂਜਲ ਲੱਗਦਾ। ਐਂਜਲ ਇਜ਼ ਦਾ ਗੁੱਡ। ਹੋ ਸਕਦਾ ਉਹਦੇ ਅੰਦਰ ਇੱਕ ਡੈਵਿਲ ਵੀ ਹੋਵੇ, ਉਹਨਾਂ ਦੇ ਅੰਦਰ ਕੋਈ ਡੈਵਿਲ ਛਿਪਿਆ ਹੋਵੇ, ਲੇਕਿਨ ਜਦੋਂ ਕੋਈ ਇਸ ਤਰ੍ਹਾਂ ਡਿਫਰੈਂਟ ਪਲੈਨਟ ਤੋਂ ਆਉਂਦਾ, ਵੀ ਥਿੰਕ ਦੈਮ ਐਜ਼ ਏ ਐਂਜਲਸ, ਉਹਨਾਂ ਨੂੰ ਅਸੀਂ ਐਂਜਲਸ ਮੰਨਦੇ ਹਾਂ। An occupation, the aim of which is the subtle prevarication for the gain, and the effect of which is blightening of everything fair and pleasant in our time with the garnish fungus of the greed. और कह रहे हैं कि ये ਜਿਹੜੀ ਐਡਵਰਟਾਈਜ਼ਮੈਂਟ ਹੈ, ਇਹ ਐਡਵਰਟਾਈਜ਼ਿੰਗ ਹੈ ਜਿਹੜੀ, ਉਹ ਇਸ ਤਰ੍ਹਾਂ ਦੀ ਆਕੂਪੇਸ਼ਨ ਹੈ, ਐਨ ਆਕੂਪੇਸ਼ਨ ਇਸ ਤਰ੍ਹਾਂ ਦੀ ਆਕੂਪੇਸ਼ਨ ਹੈ, ਦ ਏਮ ਆਫ ਵਿਚ ਇਜ਼ ਦ ਸਟਲ ਮੀਨਸ ਇਟਸ ਵੈਰੀ ਜੈਂਟਲ। ਸਟਲ ਮੀਨਸ ਵੈਰੀ ਸਮੌਲ ਅਸੀਂ ਕਹਿ ਸਕਦੇ ਹਾਂ, ਔਰ ਵੈਰੀ ਜੈਂਟਲ ਕਹਿ ਸਕਦੇ ਹਾਂ। ਪ੍ਰੀਵੈਰੀਕੇਸ਼ਨ ਕੀ ਹੁੰਦਾ ਆ? ਟੂ ਅੰਡਰਟੇਕ ਸਮਥਿੰਗ ਫਾਲਸ, ਜਿੱਦਾਂ ਕੁਛ ਝੂਠ ਨੂੰ ਨਾ ਸਟਲ ਪ੍ਰੀਵੈਰੀਕੇਸ਼ਨ ਮਤਲਬ ਮੋਡੀਫਿਕੇਸ਼ਨ ਕਰ ਦੇਣਾ, ਟੂ ਮੇਕ ਸਮਥਿੰਗ, ਇਸ ਤਰ੍ਹਾਂ ਉਹਨੂੰ ਚੇਂਜ ਕਰ ਦੇਣਾ, ਝੂਠ ਨੂੰ ਜਿਸ ਤਰ੍ਹਾਂ ਆਪਾਂ ਕਹੀਏ ਕਿ ਬਦਲ ਦੇਣਾ, ਦੈਟਸ ਦ ਪ੍ਰੀਵੈਰੀਕੇਸ਼ਨ ਫॉर ਗੇਨ। ਇਹ ਲੋਕ ਕੀ ਕਰਦੇ ਆ? ਆਪਣੇ ਫਾਇਦੇ ਦੇ ਲਈ ਇਹ ਇੱਦਾਂ ਦੀ ਆਕੂਪੇਸ਼ਨ ਹੈ ਜਿਹਦਾ ਬਸ ਇੱਕ ਕੀ ਧਰਮ ਇਮਾਨ, ਇੱਕ ਕੀ ਏਮ ਕੀ ਹੈ ਇਹਨਾਂ ਦਾ? ਟੂ ਮੇਕ ਸਟਲ ਪ੍ਰੀਵੈਰੀਕੇਸ਼ਨਸ ਫॉर ਗੇਨ। ਇਹ ਥੋੜ੍ਹੀਆਂ ਬਹੁਤੀਆਂ ਚੇਂਜਿਸ ਕਰਦੇ ਆ ਟੂ ਮੇਕ ਕਿਸੇ ਝੂਠ ਨੂੰ ਵਧੀਆ ਤਰੀਕੇ ਨਾਲ ਦਿਖਾਉਣ ਦੇ ਲਈ, ਆਪਣਾ ਫਾਇਦਾ ਕੱਢਣ ਦੇ ਲਈ, ਦੇ ਮੇਕ ਦ ਸਟਲ ਪ੍ਰੀਵੈਰੀਕੇਸ਼ਨ and the effect of which is the blightening of everything. Blightening means destroying of everything fair and pleasant in our time with the garnish fungus of greed. Fungus again ਕੀ ਹੁੰਦੀ ਆ? ਉੱਲੀ ਲੱਗਣਾ। ਸੋ ਇਹਨਾਂ ਦੀ ਆਪਣੀ ਗਰੀਡ, ਆਪਣੇ ਲਾਲਚ ਦੀ ਉੱਲੀ ਦੇ ਨਾਲ ਉਸ ਚੀਜ਼ ਨੂੰ ਗਾਰਨਿਸ਼ ਕਰਦਾ ਹੈ। ਆਪਾਂ ਗਾਰਨਿਸ਼ ਕਰਦੇ ਹਾਂ, ਖਾਣਾ ਬਣਾਉਣੇ ਉੱਪਰ ਗਾਰਨਿਸ਼ਿੰਗ ਕਰਦੇ ਹਾਂ। ਗਾਰਨਿਸ਼ਿੰਗ ਦੇ ਨਾਲ ਕੀ ਹੁੰਦਾ? ਦੈਟ ਥਿੰਗ ਲੁੱਕ ਮੋਰ ਬਿਊਟੀਫੁਲ, ਟੈਂਪਟਿੰਗ ਲੱਗਦੀ ਆ, ਪਲੇਜ਼ੈਂਟ ਲੱਗਦੀ ਆ ਦੇਖਣ ਨੂੰ। ਪਰ ਇਹ ਕਹਿੰਦੇ ਜਿਹੜੇ ਐਡਵਰਟਾਈਜ਼ਿੰਗ ਲੋਕ ਹੈ, ਇਹ ਕੀ ਕਰ ਰਹੇ ਆ? ਇਹ ਹਰ ਬਿਊਟੀਫੁਲ ਚੀਜ਼ ਨੂੰ, ਹਰ ਵਧੀਆ ਚੀਜ਼ ਨੂੰ ਖਰਾਬ ਕਰ ਰਹੇ ਆ ਫੰਗਸ ਦੇ ਨਾਲ। If I have made all of you or just one of you repent मतलब पछतावा करना of this career and determined to seek some decent work, I will not have breathed in vain today. Vain means in waste. ਕਹਿੰਦੇ ਕਿ I know I have
ਰੀਅਲੀ ਓਫੈਂਡਡ ਐਵਰੀਬਡੀ ਹੇਅਰ, ਮੈਨੂੰ ਸਾਰਿਆਂ ਨੂੰ ਲੱਗ ਰਿਹਾ ਹੋਣਾ ਮੈਂ ਉਹਨਾਂ ਦੀ ਇਨਸਲਟ ਕਰ ਰਿਹਾ, ਬਟ ਕਹਿੰਦੇ ਮੇਰਾ ਇਹ ਮਕਸਦ ਨਹੀਂ ਹੈ। ਅਗਰ ਇੱਥੇ ਬੈਠੇ ਸਾਰਿਆਂ ਨੂੰ ਜਾਂ ਸਾਰਿਆਂ ਦੇ ਵਿੱਚੋਂ ਕਿਸੇ ਇੱਕ ਨੂੰ ਵੀ ਮੈਂ ਉਹਨਾਂ ਨੇ ਜੋ ਬਿਜ਼ਨਸ ਕਰ ਰਹੇ, ਜੋ ਐਡਵਰਟਾਈਜ਼ਿੰਗ ਬਿਜ਼ਨਸ ਕਰ ਰਹੇ ਆ, ਅਗਰ ਮੈਂ ਉਹਨਾਂ ਨੂੰ ਰਿਪੈਂਟ ਕਰਵਾ ਦਿੱਤਾ, ਉਹਨਾਂ ਨੂੰ ਆਪਣੇ ਆਪ 'ਤੇ ਮੈਂ ਪਛਤਾਵਾ ਫੀਲ ਕਰਵਾ ਦਿੱਤਾ ਆ, ਤਾਂ ਉਹਨਾਂ ਦੇ ਮਨ ਦੇ ਵਿੱਚ ਹੁਣ ਇਹ ਧਾਰਨਾ ਆ ਗਈ ਹੈ ਦੈਟ ਦੇ ਸ਼ੁੱਡ ਟੇਕ ਸਮ ਡੀਸੈਂਟ ਵਰਕ, ਸਮ ਨਾਈਸ ਗੁੱਡ ਵਰਕ ਦੇ ਸ਼ੁੱਡ ਡੂ ਇੰਸਟੈਡ ਆਫ ਐਡਵਰਟਾਈਜ਼ਿੰਗ। ਤਾਂ ਉਹ ਕਹਿ ਰਿਹਾ ਕਿ ਅੱਜ ਜੋ ਮੈਂ ਇਸ ਅੱਜ ਦੇ ਦਿਨ ਜੋ ਮੈਂ ਸਾਹ ਲਏ ਆ, ਜੋ ਮੈਂ ਬਰੀਥਿੰਗ ਕੀਤੀ ਆ, ਉਹ ਮੇਰੀ ਵੇਸਟ ਨਹੀਂ ਜਾਏਗੀ। ਅਗਰ ਤੁਹਾਡੇ ਵਿੱਚੋਂ ਇੱਕ ਵੀ ਬੰਦਾ ਹੈ ਜਿਹੜਾ ਉਹਨੂੰ ਪਛਤਾਵਾ ਹੋ ਜਾਏ ਕਿ ਹਾਂ ਯੈਸ ਵੀ ਵਰ ਡੂਇੰਗ ਰੀਅਲੀ ਰੋਂਗ। So in this whole prose, Herman Wouk was totally against the business of advertising। ਤੇ ਉਹਨਾਂ ਨੂੰ ਪਹਿਲੀ ਗੱਲ ਉਹਨਾਂ ਨੇ ਕੀ ਮੈਂਸ਼ਨ ਕੀਤੀ ਹੈ ਕਿ ਸਾਰੇ ਲੋਕ ਆਪਣਾ ਖਾਣਾ ਖਾਣ ਦੇ ਲਈ ਕੋਈ ਨਾ ਕੋਈ ਕੰਮ ਕਰ ਰਿਹਾ। what are the advertising men doing? They are creating the want, ਲੋਕਾਂ ਦੇ ਅੰਦਰ ਇੱਦਾਂ ਦੀ ਡਿਜ਼ਾਇਰ, ਇੱਦਾਂ ਦੀ ਵਾਂਟ ਕ੍ਰੀਏਟ ਕਰ ਰਹੇ ਆ ਜਿਹੜੀ ਐਕਚੁਅਲੀ ਨੈਚੁਰਲੀ ਨਹੀਂ ਹੁੰਦੀ। ਦੈਨ ਉਹ ਟੈਲ ਕਿ ਇਸ ਤੋਂ ਇਲਾਵਾ ਹੋਰ ਇਹਦੇ ਕੀ ਈਵਲਸ ਆ। ਦੈਨ ਹੀ ਟਾਕ ਕਿ ਹਾਊ ਇਹ ਲੈਂਗੁਏਜ ਨੂੰ ਖਰਾਬ ਕਰ ਰਹੇ ਆ, ਦੈਨ ਹਾਊ ਇਟ ਇਜ਼ ਡਿਸਟਰੋਇੰਗ ਦ ਨੇਚਰ, ਦੈਨ ਹਾਊ ਇਟ ਇਜ਼ ਮਿਸਯੂਜ਼ਿੰਗ ਦ ਯੂਥ। ਉਹਨਾਂ ਦੀ ਜੋ ਐਨਰਜੀ ਹੈ, ਜੋ ਉਹਨਾਂ ਦੇ ਅੰਦਰ ਆਰਟਿਸਟਿਕ ਅਬਿਲਿਟੀ ਹੈ ਯੂਥ ਦੇ ਅੰਦਰ, ਉਹਨਾਂ ਨੂੰ ਕਿਸ ਤਰ੍ਹਾਂ ਉਹ ਮਿਸਯੂਜ਼ ਕਰ ਰਹੇ ਆ। ਐਂਡ ਉਹ ਲੋਕਾਂ ਦੀਆਂ ਮਜਬੂਰੀਆਂ ਨੂੰ ਆਪਣਾ ਸ਼ਿਕਾਰ ਬਣਾ ਕੇ ਫਾਇਦਾ ਕੱਢ ਰਹੇ ਆ। ਦੈਨ ਇਨ ਦ ਲਾਸਟ ਹੀ ਟਾਕਸ ਕਿ ਅਗਰ ਇੱਥੇ ਬਹੁਤ ਸਾਰੇ ਐਡਵਰਟੀਜ਼ਮੈਂਟ ਮੈਨ ਬੈਠੇ ਆ, ਅਗਰ ਉਹਨਾਂ ਦੇ ਵਿੱਚੋਂ ਇੱਕ ਜਾਂ ਸਾਰਿਆਂ ਨੂੰ ਜਾਂ ਇੱਕ ਨੂੰ ਵੀ ਅਗਰ ਆਪਣੇ ਕੰਮ ਦੇ ਉੱਤੇ ਪਛਤਾਵਾ ਹੋ ਜਾਵੇ, then I have not breathed in vain today। I hope this prose is clear to you. Thank you very much।